ਸ਼ਖਸੀਅਤ ਨੂੰ ਤੈਅ ਕਰਦਾ ਹੈ। ਬੋਲਣ ਦਾ ਸਲੀਕਾ। ਸ੍ਰਿਸ਼ਟੀ ਤੇ ਜੀਵ ਜੰਤੂਆਂ ਦੀਆਂ ਅਨੇਕਾਂ ਜਾਤੀਆਂ ਪ੍ਰਜਾਤੀਆਂ ਵਿੱਚੋਂ ਮਨੁੱਖਾਂ ਨੂੰ ਸਰਵਸ਼੍ਰੇਸ਼ਟ ਪ੍ਰਾਣੀ ਆਖਿਆ ਜਾਂਦਾ ਹੈ। ਇਸ ਦਾ ਕੋਈ ਇੱਕ ਕਾਰਨ ਕਹਿਣਾ ਹੋਵੇ ਤਾਂ ਮਨੁੱਖ ਕੋਲ ਬੋਲਣ ਦੀ ਸ਼ਕਤੀ ਹੈ, ਭਾਵ ਸੰਚਾਰ ਦਾ ਮਾਧਿਅਮ ਭਾਸ਼ਾ ਹੈ। ਇਸ ਖੋਲਣ ਦੀ ਸ਼ਕਤੀ ਦਾ ਅੱਗੇ ਲਿਖਣ ਪੜ੍ਹਨ ਵਿੱਚ ਵਿਕਾਸ ਹੋਇਆ ਹੈ ਅਤੇ ਇਹ ਸ਼ਕਤੀ ਕਲਾ ਵਿੱਚ ਰੂਪਾਂਤਰਿਤ ਹੋਈ ਹੈ। ਬਰੀਕੀ ਨਾਲ ਵੇਖਿਆ ਜਾਣਿਆ ਜਾਵੇ ਤਾਂ ਮਨੁੱਖ ਤੋਂ ਬਿਨਾਂ ਇਸ ਧਰਤੀ ਤੇ ਰਹਿਣ ਵਾਲੇ ਜੀਵ ਜੰਤੂਆਂ ਦਾ ਇੱਕ ਨਿਸ਼ਚਿਤ ਸੀਮਾ ਤੱਕ ਜਿੱਥੇ ਸਰੀਰਕ ਵਿਕਾਸ ਹੁੰਦਾ ਹੈ, ਉੱਥੇ ਉਹਨਾਂ ਦੇ ਦਿਮਾਗ ਦੇ ਵਿਕਸਿਤ ਹੋਣ ਦੀ ਵੀ ਇੱਕ ਸੀਮਾ ਹੈ। ਇੱਕ ਵਿਸ਼ੇਸ਼ ਉਮਰ ਤੱਕ ਇਹ ਜੀਵ ਜੰਤੂ ਮਨੁੱਖ ਨੂੰ ਛੱਡ ਕੇ ਜਾਣਦੇ ਅਤੇ ਕਾਰਜ ਕਰਦੇ ਹਨ। ਇਸ ਤੋਂ ਅੱਗੇ ਕਿਸੇ ਵਿਸ਼ੇਸ਼ ਹਾਲਤ ਵਿੱਚ ਹੀ ਇਹਨਾਂ ਦੇ ਕਾਰਜਾਂ ਵਿੱਚ ਥੋੜ੍ਹੀ ਬਹੁਤ ਤਬਦੀਲੀ ਹੁੰਦੀ ਹੈ, ਜਿਸ ਦਾ ਬੜਾ ਸਪਸ਼ਟ ਅਰਥ ਹੈ ਕਿ ਉਹਨਾਂ ਦਾ ਦਿਮਾਗੀ ਵਿਕਾਸ ਇੱਕ ਸੀਮਾ ਤੱਕ ਜਾ ਕੇ ਰੁਕ ਜਾਂਦਾ ਹੈ ਅਤੇ ਉਹਨਾਂ ਦੀਆਂ ਲੋੜਾਂ ਵੀ ਇਸੇ ਸੀਮਾ ਵਿੱਚ ਹੀ ਬਚ ਜਾਂਦੀਆਂ ਹਨ। ਮਨੁੱਖ ਦੇ ਵਿਹਾਰ ਵਿੱਚ ਇਸ ਦੇ ਵਿਪਰੀਤ ਵਾਪਰਦਾ ਹੈ। ਵਿਗਿਆਨੀਆਂ ਮੁਤਾਬਿਕ ਮਨੁੱਖ ਦਾ ਬੱਚਾ ਮਾਂ ਦੇ ਗਰਭ ਵਿੱਚ ਹੀ ਸਿੱਖਣ ਲੱਗ ਜਾਂਦਾ ਹੈ। ਵਿਗਿਆਨੀਆਂ ਨੇ ਗਰਭਵਤੀ ਔਰਤਾਂ ਤੇ ਇਸ ਤਰ੍ਹਾਂ ਦੇ ਬਕਾਇਦਾ ਤਜਰਬੇ ਕੀਤੇ ਹਨ। ਦੋ ਗਰਭਵਤੀ ਔਰਤਾਂ ਨੂੰ ਵਿਭਿੰਨ ਤਰ੍ਹਾਂ ਦੇ ਮਾਹੌਲ ਵਿੱਚ ਰੱਖਿਆ ਗਿਆ। ਜਨਮ ਉਪਰੰਤ ਦੋਨਾਂ ਬੱਚਿਆਂ ਦੇ ਸਰੀਰਕ ਅੰਗਾਂ ਤੋਂ ਲੈ ਕੇ ਮਾਨਸਿਕ ਬਣਤਰ ਤੱਕ ਉਸ ਮਾਹੌਲ ਦੇ ਅਨੁਸਾਰ ਹੀ ਮਿਲਦੇ ਹਨ ਜਿਸ ਵਿੱਚ ਗਰਭਵਤੀ ਔਰਤ ਨੂੰ ਰੱਖਿਆ ਗਿਆ ਸੀ। ਮਹਾਭਾਰਤ ਕਥਾ ਵਿੱਚ ਅਰਜਨ ਦਾ ਪੁੱਤਰ ਅਭਿਮਨਯੂ ਮਾਂ ਦੇ ਗਰਭ ਦੌਰਾਨ ਲੜਾਈ ਦੇ ਮੈਦਾਨ ਵਿੱਚ ਚੱਕਰਵਿਊਹ ਵਿੱਚ ਪ੍ਰਵੇਸ਼ ਕਰਨਾ ਸਿੱਖ ਜਾਂਦਾ ਹੈ, ਪਰੰਤੂ ਚੱਕਰਵਿਊਹ ਵਿੱਚੋਂ ਨਿਕਲਣ ਵਾਲੀ ਕਥਾ ਸਮੇਂ ਮਾਂ ਦੇ ਸੌਣ ਕਾਰਨ ਬੱਚਾ ਇਸ ਸਿੱਖਣ ਤੋਂ ਵਾਜਿਆਨ ਰਹਿ ਜਾਂਦਾ ਹੈ। ਗਰਭ ਵਾਲੇ ਸਿੱਖਣ ਤੋਂ ਬਾਅਦ ਮਨੁੱਖ ਦਾ ਬੱਚਾ ਜਿਵੇਂ ਹੀ ਇਸ ਸੰਸਾਰ ਵਿੱਚ ਆਉਂਦਾ ਹੈ, ਉਸ ਦੇ ਸਿੱਖਣ ਦੀ ਪ੍ਰਕਿਰਿਆ ਮਾਹੌਲ ਦੀ ਅਨੁਸਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਅਤੇ ਇਸ ਸਿੱਖਣ ਦੀ ਪ੍ਰਕਿਰਿਆ ਮਨੁੱਖ ਦੇ ਇਸ ਸੰਸਾਰ ਤੋਂ ਚਲੇ ਜਾਣ ਤੱਕ ਜਾਰੀ ਰਹਿੰਦੀ ਹੈ। ਮਨੁੱਖ ਦੇ ਇਸ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚ ਪਹਿਲਾ ਅਤੇ ਅਖੀਰਲਾ ਯੋਗਦਾਨ ਭਾਸ਼ਾ ਦਾ ਹੁੰਦਾ ਹੈ। ਭਾਸ਼ਾ ਬੱਚੇ ਦੇ ਵਿਕਾਸ ਵਾਸਤੇ ਮਾਹੌਲ ਸਿਰਜਣ ਵਿੱਚ ਅਹਿਮ ਭੂਮਿਕਾ ਅਦਾ ਕਰਦੀ ਹੈ। ਮਨੁੱਖੀ ਵਿਕਾਸ ਤੇ ਸਰਸਰੀ ਝਾਤ ਮਾਰੀਏ ਤਾਂ ਅਸੀਂ ਜਾਣਦੇ ਹਾਂ ਕਿ ਆਦਿ ਮਨੁੱਖ ਤੇ ਚੱਲ ਕੇ ਤਾਰਾ ਵਿਗਿਆਨ ਦੀ ਜਾਣਕਾਰੀ ਹਾਸਲ ਕਰਨ ਤੱਕ ਜੇ ਸਭ ਕੁਝ ਸੰਭਵ ਹੋਇਆ ਹੈ ਤਾਂ ਇਸ ਪਿੱਛੇ ਭਾਸ਼ਾ ਦਾ ਹੀ ਹੱਥ ਹੈ। ਭਾਸ਼ਾ ਵਿੱਚ ਜ਼ਿੰਦਗੀ ਦੇ ਹਰੇਕ ਪਹਿਲੂ ਬਾਰੇ ਲਿਖਿਆ ਗਿਆ ਹੈ, ਜਿਸ ਸਦਕਾ ਮਨੁੱਖ ਉਸ ਤੋਂ ਅਗਲੇਰੇ ਪੰਥ ਤੇ ਜਾਣ ਲਈ ਖੋਜਾਂ ਕਰਦਾ ਹੈ, ਕਾਲਨਾਵਾਂ ਕਾਲਦਾ ਹੈ ਅਤੇ ਮੰਜ਼ਿਲਾਂ ਸਰ ਕਰ ਲੈਂਦਾ ਹੈ। ਮਨੁੱਖ ਨੇ ਚੰਦ ਤੇ ਪੈਰ ਧਰ ਲਏ ਹਨ ਅਤੇ ਹੁਣ ਉਹ ਇਸ ਤੋਂ ਅੱਗੇ ਜਾਣ ਦੀਆਂ ਤਰਕੀਬਾਂ ਬਣਾ ਰਿਹਾ ਹੈ। ਇਹਨਾਂ ਤਰਕੀਬਾਂ ਵਾਸਤੇ ਉਹ ਪਹਿਲਾਂ ਕੀਤੇ ਕੰਮਾਂ ਤਜਰਬਿਆਂ ਦਾ ਅਧਿਐਨ ਕਰਦਾ ਹੈ, ਇਸ ਵਿੱਚ ਤਬਦੀਲੀਆਂ ਕਰਨ ਦੇ ਤਰੀਕੇ ਖੋਜਦਾ ਹੈ ਅਤੇ ਇਸ ਸਾਰੇ ਵਾਸਤੇ ਉਹ ਭਾਸ਼ਾ ਦਾ ਸਹਾਰਾ ਲੈਂਦਾ ਹੈ। ਹਰੇਕ ਵਿਸ਼ੇ ਦਾ ਇਤਿਹਾਸ ਲਿਖਿਆ ਜਾਂਦਾ ਹੈ ਅਤੇ ਇਸ ਵਾਸਤੇ ਭਾਸ਼ਾ ਹੀ ਇੱਕ ਜ਼ਰੀਆ ਹੁੰਦਾ ਹੈ। ਕਿਸੇ ਵੀ ਕਾਰਜ ਦਾ ਇਤਿਹਾਸ ਉਸ ਦੇ ਭੂਤ ਅਤੇ ਵਰਤਮਾਨ ਨੂੰ ਜਾਣਨ ਅਤੇ ਭਵਿੱਖ ਦੀਆਂ ਤਬਦੀਲੀਆਂ ਕਰਨ ਵਿੱਚ ਸਹਾਈ ਹੁੰਦਾ ਹੈ। ਇਸ ਤਰ੍ਹਾਂ ਅਸੀਂ ਆਖ ਸਕਦੇ ਹਾਂ ਕਿ ਮਨੁੱਖ ਦੀ ਹਰੇਕ ਖੋਜ ਭਾਸ਼ਾ ਸਹਾਰੇ ਹੀ ਸੰਭਵ ਹੁੰਦੀ ਹੈ। ਜਦੋਂ ਅਸੀਂ ਇਹ ਜਾਣਦੇ ਹਾਂ ਕਿ ਭਾਸ਼ਾ ਕਾਰਨ ਮਨੁੱਖ ਦੀ ਸ੍ਰੇਸ਼ਟਤਾ ਤੈਅ ਹੁੰਦੀ ਹੈ ਤਾਂ ਅੱਗੇ ਇਹ ਪੱਖ ਸਾਹਮਣੇ ਆਉਂਦਾ ਹੈ ਕਿ ਕੋਈ ਇਸ ਦੀ ਵਰਤੋਂ ਕਿਸ ਤਰ੍ਹਾਂ ਕਰਦਾ ਹੈ। ਇਸ ਦੇ ਬੋਲਾਂ ਦਾ ਆਪਣਾ ਮਹੱਤਵ ਹੁੰਦਾ ਹੈ। ਇਸ ਨੂੰ ਕਿਸ ਲਹਿਜੇ ਵਿੱਚ ਬੋਲਿਆ ਜਾਂਦਾ ਹੈ, ਇਸ ਨਾਲ ਇਸ ਦੇ ਅਰਥ ਤੈਅ ਹੁੰਦੇ ਹਨ। ਇਸ ਦੇ ਬੋਲਣ ਦੀ ਟੋਨ ਆਪਣਾ ਮਹੱਤਵ ਰੱਖਦੀ ਹੈ। ਬੜੇ ਵਾਰੀ ਅਸੀਂ ਬੋਲੇ ਜਾਣ ਵਾਲੇ ਬੋਲਾਂ ਨੂੰ ਬੜਾ ਸਹਿਜ ਲੈ ਜਾਂਦੇ ਹਾਂ, ਜਦੋਂ ਕਿ ਬੋਲਾਂ ਦੇ ਬੜੇ ਡੂੰਘੇ ਅਰਥ ਹੁੰਦੇ ਹਨ। ਸ਼ਬਦਾਂ ਦੇ ਬਹੁ ਅਰਥਕ ਹੋਣ ਬਾਰੇ ਸਕੂਲੀ ਵਿਦਿਆ ਵਿੱਚ ਹੀ ਸਿਖਾਇਆ ਜਾਣਾ ਆਰੰਭ ਹੋ ਜਾਂਦਾ ਹੈ। ਇਸ ਦੇ ਇਲਾਵਾ ਬੋਲਾਂ ਦੇ ਵਾਕਾਂ ਵਿੱਚ ਵਰਤੇ ਜਾਣ ਸਮੇਂ ਵੀ ਅਰਥਾਂ ਵਿੱਚ ਤਬਦੀਲੀ ਆ ਜਾਂਦੀ ਹੈ। ਇਸ ਤੋਂ ਵੀ ਅੱਗੇ ਬੋਲਾਂ ਦੀ ਟੋਨ, ਬੋਲੇ ਜਾਣ ਦਾ ਅੰਦਾਜ਼ ਵੀ ਅਰਥਾਂ ਵਿੱਚ ਭਿੰਨਤਾ ਦਰਸਾ ਜਾਂਦਾ ਹੈ। ਮੈਂ ਤੈਨੂੰ ਦੱਸਦਾ ਹਾਂ, ਮੈਂ ਤੈਨੂੰ ਦੱਸਦਾ ਹਾਂ ਅਤੇ ਮੈਂ ਤੈਨੂੰ ਦੱਸਦਾ ਹਾਂ ਇੱਕੋ ਹੀ ਵਾਕ ਹੈ। ਲਿਖਣ ਸਮੇਂ ਜੇਕਰ ਪਹਿਲੇ ਵਾਕ ਦੇ ਅੰਤ ਵਿੱਚ ਡੰਡੀ, ਦੂਸਰੇ ਵਾਕ ਦੇ ਅਖੀਰ ਤੇ ਵਿਸਮਿਕ ਚਿੰਨ੍ਹ ਅਤੇ ਤੀਸਰੇ ਵਾਕ ਦੇ ਅੰਤ ਤੇ ਪ੍ਰਸ਼ਨ ਚਿੰਨ੍ਹ ਆ ਜਾਵੇ ਤਾਂ ਤਿੰਨਾਂ ਵਾਕਾਂ ਦੇ ਬੋਲਣ ਦੀ ਟੋਨ ਬਦਲ ਜਾਂਦੀ ਹੈ। ਇਸ ਦੇ ਨਾਲ ਹੀ ਤਿੰਨਾਂ ਵਾਕਾਂ ਵਿੱਚ ਕਰਤਾ, ਬੋਲਣ ਵਾਲਾ ਅਤੇ ਕਿਰਿਆ ਦੱਸਦਾ ਸ਼ਬਦਾਂ ਦੀ ਭਾਵਨਾ ਅਤੇ ਬੋਲਣ ਦੇ ਅਰਥ ਬਦਲ ਜਾਂਦੇ ਹਨ। ਇਸ ਤਰ੍ਹਾਂ ਹੀ ਹੋਰ ਵੀ ਅਨੇਕਾਂ ਥਾਵਾਂ ਅਤੇ ਬੋਲਣ ਦੇ ਅੰਦਾਜ਼ ਤੇ ਸ਼ਬਦ ਦੇ ਅਰਥ ਭਿੰਨ ਹੋ ਜਾਂਦੇ ਹਨ। ਇਸ ਕਰਕੇ ਹੀ ਬੋਲਣ ਸਮੇਂ ਬਹੁਤ ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ। ਬੜੇ ਵਾਰੀ ਲੋਕਾਂ ਨੂੰ ਬੋਲਣ ਤੋਂ ਬਾਅਦ ਇਹ ਆਖਦੇ ਸੁਣਿਆ ਜਾਂਦਾ ਹੈ ਕਿ ਮੇਰੇ ਬੋਲਣ ਦਾ ਇਹ ਭਾਵ ਨਹੀਂ ਸੀ, ਅਸਲ ਵਿੱਚ ਮੈਂ ਤਾਂ ਇਹ ਕਹਿਣਾ ਚਾਹੁੰਦਾ ਸਾਂ। ਇਸ ਦਾ ਅਰਥ ਹੈ ਕਿ ਉਸ ਵਿਅਕਤੀ ਕੋਲ ਬੋਲਣ ਦਾ ਸਲੀਕਾ ਨਹੀਂ ਹੈ, ਉਸ ਨੂੰ ਜਾਂ ਤਾਂ ਬੋਲਾਂ ਦੇ ਅਰਥਾਂ ਦਾ ਪਤਾ ਨਹੀਂ ਹੈ
ਅਤੇ ਜਾਂ ਫਿਰ ਉਹ ਬੋਲਣਾ ਜਾਣਦਾ ਹੀ ਨਹੀਂ ਹੈ। ਇਸ ਤੋਂ ਅੱਗੇ ਜਾਈਏ ਤਾਂ ਬੋਲਾਂ ਦੇ ਅਰਥਾਂ ਤੋਂ ਅੱਗੇ ਭਾਵ ਅਰਥ ਹੁੰਦੇ ਹਨ। ਕਵਿਤਾ ਵਿੱਚ ਲਿਖੇ ਗਏ ਸ਼ਬਦਾਂ ਦੇ ਹੂ ਬੱਬਾ ਹੂ ਅਰਥ ਨਹੀਂ ਹੁੰਦੇ ਹਨ। ਕਵੀ ਦੀ ਕਾਵਿ ਉਡਾਰੀ ਤੱਕ ਪਹੁੰਚਣ ਲਈ ਉਸ ਦੁਆਰਾ ਵਰਤੇ ਗਏ ਸ਼ਬਦਾਂ ਦੀ ਗਹਿਰਾਈ ਵਿੱਚ ਜਾਣ ਦੀ ਲੋੜ ਹੁੰਦੀ ਹੈ। ਉਸ ਦੁਆਰਾ ਬਿੰਬ, ਪ੍ਰਤੀਕ, ਅਲੰਕਾਰ, ਸ਼ਬਦਾਂ ਦੀ ਗਹਿਰਾਈ ਜਾਣੇ ਤੋਂ ਬਿਨਾਂ ਕਵਿਤਾ ਦੇ ਅਰਥ ਜਾਣੇ ਹੀ ਨਹੀਂ ਜਾ ਸਕਦੇ। ਗੁਰੂ ਗੋਬਿੰਦ ਸਿੰਘ ਜੀ ਰਚਿਤ ਚੰਡੀ ਦੀ ਵਾਰ ਵਿੱਚ ਦੁਰਗਾ ਦੁਆਰਾ ਤਲਵਾਰ ਨੂੰ ਮਹਿਖਾਸੁਰ ਦੈਂਤ ਦੇ ਧੜ ਦੇ ਟੋਟੇ ਕਰਦਿਆਂ ਘੋੜੇ ਅਤੇ ਅੱਗੇ ਧਰਤੀ ਨੂੰ ਚੀਰਦੀ ਹੋਈ ਧੌਲੇ ਬਲਦ ਦੇ ਸਿੰਘਾਂ ਨੂੰ ਜਾ ਟਕਰਾਉਂਦੀ ਵਿਖਾਇਆ ਗਿਆ ਹੈ। ਕਵਿਤਾ ਵਿਚਲੇ ਇਸ ਅਤਕਥਨੀ ਅਲੰਕਾਰ ਰਾਹੀਂ ਸ਼ਬਦ ਦੁਰਗਾ ਦੀ ਬਹਾਦਰੀ ਅਤੇ ਸ਼ਕਤੀ ਦੇ ਪ੍ਰਤੀਕ ਬਣਦੇ ਹਨ। ਇਹ ਗੱਲ ਇੱਥੇ ਹੀ ਨਹੀਂ ਮੁੱਕਦੀ ਹੈ, ਇਹ ਸਾਡੇ ਆਮ ਜੀਵਨ ਵਿੱਚ ਲਾਗੂ ਹੁੰਦੀ ਹੈ। ਪਹਿਲਾਂ ਤੋਲੋ ਅਤੇ ਫਿਰ ਬੋਲੋ ਦਾ ਮੁਹਾਵਰਾ ਇਸ ਦੀ ਵਿਆਖਿਆ ਕਰਦਾ ਹੈ। ਇਸੇ ਕਾਰਨ ਬੋਲਣ ਤੋਂ ਪਹਿਲਾਂ 100 ਵਾਰੀ ਸੋਚਣ ਲਈ ਆਖਿਆ ਗਿਆ ਹੈ। ਪੰਜਾਬੀ ਵਿੱਚ ਤਲਵਾਰ ਦੇ ਫੱਟ ਮਿਟ ਜਾਂਦੇ ਹਨ, ਪਰੰਤੂ ਜ਼ਬਾਨ ਦੇ ਬੋਲ ਸਦਾ ਰੜਕਦੇ ਰਹਿੰਦੇ ਹਨ, ਸਾਨੂੰ ਅੰਤਾਂ ਦਾ ਗਿਆਨ ਦੇ ਜਾਂਦੇ ਹਨ। ਦੂਸਰੇ ਦੇ ਬੋਲੇ ਮੰਦੜੇ ਬੋਲ ਸਾਡੇ ਅੰਦਰ ਖੌਰੂ ਪਾਉਂਦੇ ਰਹਿੰਦੇ ਹਨ। ਮੂੰਹ ਫੱਟ ਲੋਕ ਅਕਸਰ ਵੈਰ ਵਿਰੋਧ ਖੱਟੀ ਰੱਖਦੇ ਹਨ, ਕੋਈ ਉਹਨਾਂ ਦੇ ਮੂੰਹ ਲੱਗਣ ਨੂੰ ਤਿਆਰ ਨਹੀਂ ਹੁੰਦਾ। ਇਸੇ ਕਰਕੇ ਤਾਂ ਆਖਿਆ ਜਾਂਦਾ ਹੈ ਕਿ ਬੋਲ ਕਹਿੰਦਾ ਤੂੰ ਮੈਨੂੰ ਮੂੰਹ ਚੋਂ ਕੱਢ, ਮੈਂ ਤੈਨੂੰ ਪਿੰਡੋਂ ਕਢਵਾ ਦਿਆਂਗਾ। ਸੋਚ ਸਮਝ ਕੇ ਨਾ ਬੋਲਣ ਵਾਲੇ ਨੂੰ ਬੜਬੋਲਾ ਜਾ ਮੂੰਹ ਫੱਟ ਆਖਿਆ ਜਾਂਦਾ ਹੈ ਅਤੇ ਇਹ ਬਿਨਾਂ ਕਾਰਨ ਵੀ ਦੂਸਰਿਆਂ ਨਾਲ ਵੈਰ ਸਹੇੜ ਲੈਂਦੇ ਹਨ। ਮਿੱਠਾ ਅਤੇ ਮਿਣ ਤੋਲ ਕੇ ਬੋਲਣ ਵਾਲੇ ਬਿਨਾਂ ਕੋਈ ਵਿਸ਼ੇਸ਼ ਤਰੱਦਦ ਕੀਤਿਆਂ ਹੀ ਬੜਾ ਕੁਝ ਪ੍ਰਾਪਤ ਕਰ ਲੈਂਦੇ ਹਨ। ਬੋਲਾਂ ਵਿੱਚ ਅਜਿਹੀ ਤਾਕਤ ਹੁੰਦੀ ਹੈ ਕਿ ਉਹ ਵੱਡੇ ਤੋਂ ਵੱਡਾ ਕੰਮ ਵਿਗਾੜ ਵੀ ਸਕਦੇ ਹਨ ਅਤੇ ਇਸ ਦੇ ਉਲਟ ਸੰਵਾਰਨ ਦੀ ਤਾਕਤ ਵੀ ਰੱਖਦੇ ਹਨ। ਇਸੇ ਕਰਕੇ ਤਾਂ ਬੋਲਾਂ ਵਿੱਚ ਅਸੀਮ ਸ਼ਕਤੀ ਹੁੰਦੀ ਹੈ। ਬੋਲੇ ਜਾਣ ਵਾਲੇ ਬੋਲਾਂ ਨੂੰ ਕਦੇ ਵੀ ਹੌਲੇ ਵਿੱਚ ਨਹੀਂ ਲੈਣਾ ਚਾਹੀਦਾ। ਇਹ ਬੋਲ ਹੀ ਮਨੁੱਖੀ ਸ਼ਖਸੀਅਤ ਦਾ ਸਲੀਕਾ ਤੈਅ ਕਰਦੇ ਹਨ।